ਹਾਂਜੀ ਬੇਟਾ, ਲਾਸਟ ਆਪਾਂ ਇੱਥੇ ਤੱਕ ਕਰ ਲਿਆ ਸੀ ਲਿਮਿਟੇਸ਼ਨਸ ਆਫ ਵੁਡਸ ਰਿਐਕਸ਼ਨ। ਔਰ ਇਹ ਲਿਮਿਟੇਸ਼ਨ ਆਪਾਂ ਆਲਰੇਡੀ ਦੱਸਤੀ ਸੀ ਰਾਜੇ, ਇਟ ਇਜ਼ ਨਾਟ ਯੂਜ਼ ਟੂ ਪ੍ਰਪੇਅਰ ਮੀਥੇਨ ਗੈਸ। ਠੀਕ ਹੈ। ਸੋ ਹੁਣ ਦੂਸਰੀ ਜਿਹੜੀ ਲਿਮਿਟੇਸ਼ਨ ਹੈ ਰਾਜੇ, ਦੂਜੀ ਜਿਹੜੀ ਲਿਮਿਟੇਸ਼ਨ ਹੈ ਉਹ ਹੈ ਕਿ ਜਿਹੜੀ ਵੁਡਸ ਰਿਐਕਸ਼ਨ ਹੈ ਨਾ ਬੇਟਾ, ਵੁਡਸ ਰਿਐਕਸ਼ਨ ਇਜ਼ ਅਨੇਬਲ ਟੂ ਪ੍ਰੋਡਿਊਸ ਅਨਸਿਮੈਟ੍ਰਿਕਲ ਅਲਕੇਨਸ ਇਨ ਗੁੱਡ ਯੀਲਡਸ। ਠੀਕ ਹੈ। ਜੋ ਵੁਡਸ ਰਿਐਕਸ਼ਨ ਹੈ ਨਾ, ਉਹਦੇ ਨਾਲ ਅਲਕੇਨਸ ਬਣਦੀਆਂ ਨੇ, ਆਪਾਂ ਲਾਸਟ ਲੈਕਚਰ 'ਤੇ ਦੱਸਿਆ ਸੀ। ਲੇਕਿਨ ਇਸ ਦੇ ਨਾਲ ਨਾ ਜਿਹੜੀਆਂ ਅਨਸਿਮੈਟ੍ਰਿਕਲ ਅਲਕੇਨਸ ਨੇ ਉਹ ਅੱਛੇ ਤਰੀਕੇ ਨਾਲ ਨਹੀਂ, ਮਤਲਬ ਕਿ ਗੁੱਡ ਕੁਆਂਟਿਟੀ ਦੇ ਵਿੱਚ ਨਹੀਂ ਬਣਦੀਆਂ ਹੈਗੀਆਂ। ਠੀਕ ਹੈ। ਅਨਸਿਮੈਟ੍ਰਿਕਲ ਅਲਕੇਨਸ ਕਿਹੜੀਆਂ ਹੁੰਦੀਆਂ ਨੇ ਰਾਜੇ? ਜੋ ਜਿਨ੍ਹਾਂ ਵਿੱਚ ਔਡ ਨੰਬਰ ਆਫ ਕਾਰਬਨ ਐਟਮਸ ਹੋਣ, ਔਡ ਨੰਬਰ। ਠੀਕ ਹੈ। ਆਪਾਂ ਜਿੰਨੀਆਂ ਪਿੱਛੇ ਬਣਾਈਆਂ ਸੀ ਵੁਡਸ ਰਿਐਕਸ਼ਨ ਦੇ ਨਾਲ ਰਾਜੇ, ਉਹ ਸਾਰੀਆਂ ਈਵਨ ਨੰਬਰ ਸੀ। ਜਿਹੜੀਆਂ ਈਵਨ ਨੰਬਰ ਵਾਲੀਆਂ ਹੁੰਦੀਆਂ ਨੇ ਉਹਨੂੰ ਬੋਲਦੇ ਨੇ ਸਿਮੈਟ੍ਰਿਕਲ ਅਲਕੇਨਸ। ਜੋ ਔਡ ਨੰਬਰ ਵਾਲੀਆਂ ਹੁੰਦੀਆਂ ਨੇ ਉਹਨੂੰ ਬੋਲਦੇ ਨੇ ਅਨਸਿਮੈਟ੍ਰਿਕਲ ਅਲਕੇਨਸ। ਠੀਕ ਹੈ। ਤਾਂ ਆਪਾਂ ਲਾਸਟ ਲੈਕਚਰ 'ਚ ਜਿਹੜੇ ਵੁਡਸ ਰਿਐਕਸ਼ਨ ਦੱਸਿਆ ਸੀ, ਮੈਂ ਤੁਹਾਨੂੰ ਉਹ ਵੀ ਦਿਖਾਉਂਦਾ ਰਾਜੇ। ਆਹ ਦੇਖੋ ਰਾਜੇ, ਆਪਾਂ ਮਿਥਾਈਲ ਕਲੋਰਾਈਡ ਦੀ ਕੀਤੀ ਤਾਂ ਇਥੇਨ ਬਣਿਆ, ਇਥਾਈਲ ਕਲੋਰਾਈਡ ਦੀ ਕੀਤੀ ਤਾਂ ਬਿਊਟੇਨ ਬਣੀ। ਇੱਕ ਆਪਾਂ ਹੋਰ ਸੈਪਰੇਟ ਐਗਜ਼ਾਮਪਲ ਲਿੱਤੀ ਸੀ ਇਹ ਵਾਲੀ। ਠੀਕ ਹੈ। ਸੋ ਇਹ ਵੀ ਆਪਾਂ ਐਗਜ਼ਾਮਪਲ ਲਈ ਸੀ, ਆਹ ਦੇਖੋ। ਸੋ ਇਹਨੂੰ ਦੇਖੋ, ਇਹ ਦੁਬਾਰਾ ਫਿਰ ਯੂਜ਼ ਹੋਣਗੀਆਂ ਰਾਜੇ, ਆਹ ਵਾਲੀਆਂ। ਮਿਥਾਈਲ ਕਲੋਰਾਈਡ, ਇਥੇਨ, ਮੋਲ 2 ਹੀ ਚਾਹੀਦੇ ਹੁੰਦੇ ਨੇ ਵੁਡ 'ਚ, ਆ ਸਾਨੂੰ ਪਤਾ ਹੈ। ਇਥਾਈਲ ਕਲੋਰਾਈਡ ਤੋਂ ਬਿਊਟੇਨ। ਠੀਕ ਹੈ। ਸੋ ਹੁਣ ਆਪਾਂ ਆਪਣੀ ਲਿਮਿਟੇਸ਼ਨ ਨੂੰ ਐਕਸਪਲੇਨ ਕਰਦੇ ਹਾਂ। ਠੀਕ ਹੈ ਰਾਜੇ। ਤਾਂ ਦੂਜੀ ਜਿਹੜੀ ਲਿਮਿਟੇਸ਼ਨ ਹੈ ਬੇਟਾ, ਦੂਸਰੀ ਲਿਮਿਟੇਸ਼ਨ ਕੀ ਹੈ ਕਿ ਇਟ ਇਜ਼ unable to produce unsymmetrical alkanes in good yield। yield means production। ਠੀਕ ਹੈ। ਵੁਡਸ ਰਿਐਕਸ਼ਨ ਆਪਾਂ ਬਣਾ ਤਾਂ ਲਵਾਂਗੇ ਅਨਸਿਮੈਟ੍ਰਿਕਲ ਅਲਕੇਨ, ਲੇਕਿਨ ਉਹ ਗੁੱਡ ਯੀਲਡ ਦੇ ਵਿੱਚ ਨਹੀਂ ਬਣੂਗੀ ਰਾਜੇ, ਯਾਨੀ ਕਿ ਅਮਾਊਂਟ ਬਹੁਤ ਘੱਟ ਬਣੂਗੀ। ਜਦ ਕਿ ਜਿਹੜੀਆਂ ਸਿਮੈਟ੍ਰਿਕਲ ਅਲਕੇਨਸ ਨੇ ਰਾਜੇ, ਉਹ ਬਹੁਤ ਅਮਾਊਂਟ 'ਚ ਬਣਦੀਆਂ ਨੇ। ਸਿਮੈਟ੍ਰਿਕਲ ਜਿਨ੍ਹਾਂ 'ਚ ਈਵਨ ਨੰਬਰ ਆਫ ਕਾਰਬਨ ਐਟਮ, ਅਨਸਿਮੈਟ੍ਰਿਕਲ ਜਿਨ੍ਹਾਂ 'ਚ ਔਡ ਨੰਬਰ ਆਫ ਕਾਰਬਨ ਐਟਮ। ਸਪੋਜ਼ ਬੇਟਾ ਆਪਾਂ ਆਹ ਵਾਲੀ ਅਲਕੇਨ ਬਣਾਉਣਾ ਚਾਹੁੰਦੇ ਹਾਂ, ਇਹਦੇ ਨਾਲ ਵੁਡਸ ਰਿਐਕਸ਼ਨ ਦੇ ਨਾਲ ਇਹ ਵਾਲੀ ਅਲਕੇਨ ਬਣਾਉਣਾ ਚਾਹੁੰਦੇ ਹਾਂ, ਪ੍ਰੋਪੇਨ CH3CH2CH3, ਇਹ ਵਾਲੀ ਆਪਾਂ ਅਲਕੇਨ ਬਣਾਉਣਾ ਚਾਹੁੰਦੇ ਹਾਂ। ਦੇਖੋ, ਜਦੋਂ ਅਸੀਂ ਇਥੇਨ ਬਣਾਈ ਸੀ, ਮੈਂ ਤਾਂ ਹੀ ਤੁਹਾਨੂੰ ਦਿਖਾਇਆ ਸੀ, ਦੇਖੋ ਇਥੇਨ ਬਣਾਈ ਸੀ ਤਾਂ 2 ਮੋਲ ਕਿਹੜੇ ਅਲਕਾਈਲ ਹੈਲਾਈਡ ਦੇ ਯੂਜ਼ ਹੋਏ? CH3Cl, CH3Cl ਨਾਲ 2 Na ਹੁੰਦੇ ਨੇ। ਠੀਕ ਹੈ। ਉਹੀ ਵੁਡਸ ਰਿਐਕਸ਼ਨ ਹੈ। ਹੁਣ ਇਥੇਨ ਬਣਾਉਣ ਦੇ ਲਈ ਅਸੀਂ 2 ਜਿਹੜੇ ਯੂਜ਼ ਕੀਤੇ, ਇੱਕ ਇੱਧਰ 1 ਕਾਰਬਨ ਵਾਲਾ ਕੀਤਾ, ਦੂਜੇ ਪਾਸੇ ਵੀ 1 ਕਾਰਬਨ ਵਾਲਾ ਕੀਤਾ, ਤਾਂ ਪ੍ਰੋਡਕਟ 'ਚ ਜਾ ਕੇ 2 ਕਾਰਬਨ ਬਣ ਗਏ, CH3CH3। ਲੇਕਿਨ ਇਹ 3 ਕਾਰਬਨ ਵਾਲੀ ਅਲਕੇਨ ਹੈ ਰਾਜੇ। ਤਾਂ 3 ਕਾਰਬਨ ਵਾਲੀ ਅਲਕੇਨ ਦੇ ਵਿੱਚ ਸਾਨੂੰ ਇੱਕ ਅਲਕਾਈਲ ਹੈਲਾਈਡ ਉਹ ਯੂਜ਼ ਕਰਨਾ ਪਊਗਾ ਜਿਸ 'ਚ 1 ਕਾਰਬਨ ਹੋਵੇ, ਇੱਕ ਉਹ ਯੂਜ਼ ਕਰਨਾ ਪਊਗਾ ਜਿਸ 'ਚ 2 ਕਾਰਬਨਾਂ ਹੋਣ। ਤਾਂ ਮੈਂ ਯੂਜ਼ ਕਰਦਾ CH3Cl। ਠੀਕ ਹੈ। 2 Na ਹੁੰਦਾ ਹੀ ਆ। ਇੱਕ ਮੈਂ ਯੂਜ਼ ਕਰਦਾ CH3CH2Cl। ਇੱਕ ਮੈਂ ਮਿਥਾਈਲ ਕਲੋਰਾਈਡ ਯੂਜ਼ ਕੀਤਾ, ਇੱਕ ਮੈਂ ਇਥਾਈਲ ਕਲੋਰਾਈਡ ਯੂਜ਼ ਕੀਤਾ। ਠੀਕ ਹੈ। ਮਿਥਾਈਲ ਕਲੋਰਾਈਡ ਅਤੇ ਦੂਜਾ ਯੂਜ਼ ਕੀਤਾ ਇਥਾਈਲ ਕਲੋਰਾਈਡ। ਠੀਕ ਹੈ। ਸੋ ਇਹਨਾਂ ਦੋਨਾਂ ਦੇ ਨਾਲ ਆਪਾਂ ਨੂੰ ਤਾਂ ਇਹ ਲੱਗਦਾ ਵੀ ਸਰ ਬਣ ਤਾਂ ਗਿਆ, ਕਿਹਦੀ ਪ੍ਰੈਜੈਂਸ 'ਚ ਹੁੰਦੀ ਹੈ? ਡਰਾਈ ਈਥਰ। ਔਰ ਆਪਾਂ ਨੂੰ ਲੱਗਦਾ ਵੀ ਸਰ ਬਣ ਤਾਂ ਗਿਆ ਹੈ ਨਾ ਪ੍ਰੋਪੇਨ, ਵੀ ਆਪਾਂ ਕਹਿੰਦੇ ਬਣਦਾ ਨਹੀਂ। ਆਪਾਂ ਇਹ ਨਹੀਂ ਕਿਹਾ ਵੀ ਬਣਦਾ ਨਹੀਂ ਹੈ, ਬਣਦਾ ਹੈ, ਪਰ ਆਪਾਂ ਇਹ ਵੀ ਗੁੱਡ ਯੀਲਡ 'ਚ ਨਹੀਂ ਬਣਦਾ, ਬਹੁਤ ਘੱਟ ਅਮਾਊਂਟ ਬਣਦੀ ਹੈ ਜੇ ਪ੍ਰੋਪੇਨ ਦੀ। ਜਿੰਨੀ ਮਤਲਬ ਆਪਾਂ ਜਿੰਨੇ ਆਪਾਂ ਰਿਐਕਟੈਂਟ ਲਵਾਂਗੇ ਨਾ,
ਜਿਵੇਂ ਆਪਾਂ ਮਿਥਾਈਲ ਕਲੋਰਾਈਡ ਅਤੇ ਇਥਾਈਲ ਕਲੋਰਾਈਡ ਜਿੰਨੀ ਅਮਾਊਂਟ 'ਚ ਇਹ ਲਵਾਂਗੇ, ਇਹਨਾਂ ਦੇ ਵਿਦ ਰਿਸਪੈਕਟ ਟੂ ਮਤਲਬ ਜਿੰਨੀ ਅਮਾਊਂਟ ਮਿਥਾਈਲ ਕਲੋਰਾਈਡ ਅਤੇ ਇਥਾਈਲ ਕਲੋਰਾਈਡ ਲੈਣ ਦੇ ਨਾਲ ਜਿੰਨੀ ਅਮਾਊਂਟ 'ਚ ਪ੍ਰੋਪੇਨ ਬਣਨੀ ਚਾਹੀਦੀ ਸੀ, ਓਨੀ ਪ੍ਰੋਪੇਨ ਨਹੀਂ ਬਣਨੀ, ਕਾਫੀ ਘੱਟ ਬਣਦੀ ਆ। ਆਹ 2 ਮੋਲ NaCl ਦੇ ਬਾਹਰ ਹੋ ਜਾਂਦੇ ਨੇ, ਆਪਾਂ ਨੂੰ ਪਤਾ ਹੀ ਆ ਆਹ ਵਾਲੇ। ਠੀਕ ਹੈ ਜੀ। ਤਾਂ ਹੁਣ ਆਪਾਂ ਇਹਦਾ ਆਨਸਰ ਦੇਣਾ ਹੈ। ਐਕਚੁਅਲੀ ਪਤਾ ਕੀ ਹੈ ਰਾਜੇ, ਜਦੋਂ ਤਾਂ ਅਸੀਂ ਅਲਕਾਈਲ ਹਲਾਈਡ ਦੇ, ਜਿਵੇਂ ਆਪਾਂ ਇੱਕ ਪਿਓਰ ਸੈਂਪਲ ਲੈ ਲਿਆ, ਸਪੋਜ਼ ਆਪਾਂ ਕੱਲਾ ਸੈਂਪਲ ਮਿਥਾਈਲ ਕਲੋਰਾਈਡ ਦਾ ਲੈ ਲਿਆ, ਠੀਕ ਹੈ। ਤਾਂ ਹੁਣ ਮਿਥਾਈਲ ਕਲੋਰਾਈਡ ਦੇ ਇਕੱਲੇ ਸੈਂਪਲ 'ਚ ਕਿਹਦੇ ਮੋਲੀਕਿਊਲ ਨੇ? ਮਿਥਾਈਲ ਕਲੋਰਾਈਡ ਦੇ ਹੀ ਮੋਲੀਕਿਊਲ ਨੇ। ਤਾਂ ਜਿਵੇਂ ਸਪੋਜ਼ ਕਰੋ ਆਪਣੇ ਕੋਲ ਇੱਕ ਸੈਂਪਲ 'ਚ, ਵੈਸੇ ਇੰਨੇ ਘੱਟ ਮੋਲੀਕਿਊਲ ਤਾਂ ਬਹੁਤ ਜ਼ਿਆਦਾ ਹੁੰਦੇ ਨੇ ਰਾਜੇ। ਸਪੋਜ਼ ਆਪਾਂ ਇੱਕ ਹਾਈਪੋਥੈਟਿਕ ਐਗਜ਼ਾਮਪਲ ਲੈਂਦੇ ਹਾਂ। ਸਪੋਜ਼ ਆਪਣੀ ਇੱਕ ਸੈਂਪਲ ਦੇ ਵਿੱਚ 100 ਮੋਲੀਕਿਊਲ ਮਿਥਾਈਲ ਕਲੋਰਾਈਡ ਦੇ ਨੇ, ਤਾਂ 100 ਮੋਲੀਕਿਊਲ ਵੁਡਜ਼ ਰਿਐਕਸ਼ਨ ਕਿਵੇਂ ਦਿਖਾਣਗੇ? 100 ਦੇ ਵਿੱਚੋਂ ਪਹਿਲਾਂ 2 ਮੋਲੀਕਿਊਲ CH3Cl ਦੇ 2 Na ਨਾਲ ਰਿਐਕਟ ਕਰਕੇ, ਨਾਲ ਆਪਾਂ ਨੂੰ Na ਦਾ ਸੈਂਪਲ ਵੀ ਪਾਉਣਾ ਪਊਗਾ, ਠੀਕ ਹੈ। 2 Na ਨਾਲ ਰਿਐਕਟ ਕਰਕੇ ਇਥੇਨ ਬਣਾ ਦੇਣਗੇ। ਨੈਕਸਟ ਫਿਰ 2 ਆ ਜਾਣਗੇ, ਨੈਕਸਟ ਫਿਰ 2 ਆ ਜਾਣਗੇ। ਜਦੋਂ 100 ਖਤਮ ਹੋ ਗਏ ਉਦੋਂ ਰਿਐਕਸ਼ਨ ਬੰਦ ਹੋ ਜੂਗੀ। ਅਗਰ ਇਸੇ ਤਰ੍ਹਾਂ ਜੇ ਅਸੀਂ ਪਿਓਰ ਸੈਂਪਲ, ਕੱਲਾ ਪਿਓਰ ਸੈਂਪਲ ਇਥਾਈਲ ਕਲੋਰਾਈਡ ਦਾ ਲੈ ਲਿਆ, ਸਪੋਜ਼ ਉਹਦੇ ਵੀ 100 ਮੋਲੀਕਿਊਲ ਨੇ, ਉਹ ਵੀ ਐਂ ਕਰਨਗੇ, ਇਥਾਈਲ ਕਲੋਰਾਈਡ ਦੇ 2 ਮੋਲੀਕਿਊਲ ਨਾਲ 2 Na, ਉਹ ਬਿਊਟੇਨ ਬਣਾਈ ਜਾਣਗੇ। ਮਿਥਾਈਲ ਕਲੋਰਾਈਡ ਦਾ ਪਿਓਰ ਸੈਂਪਲ ਇਥੇਨ ਬਣਾਉਂਦਾ, ਆਪਾਂ ਪਿਛਲੇ ਲੈਕਚਰ ਕੀਤਾ। ਇਥਾਈਲ ਕਲੋਰਾਈਡ ਦੇ ਪਿਓਰ ਸੈਂਪਲ ਦੇ ਮੋਲੀਕਿਊਲ ਬਿਊਟੇਨ ਬਣਾਉਂਦੇ ਨੇ। ਪਰ ਹੁਣ ਆਪਾਂ ਵੀ ਤਾਂ ਆਪਾਂ ਨੇ 2 ਅਲੱਗ-ਅਲੱਗ ਅਲਕਾਈਲ ਹਲਾਈਡ ਦੇ ਮੋਲੀਕਿਊਲਸ, 2 ਅਲੱਗ-ਅਲੱਗ ਅਲਕਾਈਲ ਹਲਾਈਡ ਦੇ ਸੈਂਪਲ, ਜਿਨ੍ਹਾਂ ਵਿੱਚ 2 ਅਲੱਗ-ਅਲੱਗ ਅਲਕਾਈਲ ਹਲਾਈਡ ਦੇ ਮੋਲੀਕਿਊਲਸ ਨੇ, ਮਿਥਾਈਲ ਕਲੋਰਾਈਡ ਦੇ ਵੀ ਮੋਲੀਕਿਊਲਸ ਨੇ, ਇਥਾਈਲ ਕਲੋਰਾਈਡ ਦੇ ਵੀ। ਤਾਂ ਕੀ ਹੁੰਦਾ ਰਾਜੇ, ਇਹ ਜਿਹੜੇ ਮੋਲੀਕਿਊਲਸ ਨੇ, ਹੁਣ ਇੱਥੇ 3 ਪੋਸੀਬਿਲਿਟੀਜ਼ ਨੇ। ਮਿਥਾਈਲ ਕਲੋਰਾਈਡ ਦੇ ਮੋਲੀਕਿਊਲ ਇਥਾਈਲ ਕਲੋਰਾਈਡ ਨਾਲ ਵੀ ਰਿਐਕਟ ਕਰਨਗੇ, ਜਿਹੜੇ ਵਿੱਚ ਆਪਾਂ ਨੇ 2 ਸੈਂਪਲ ਮਿਕਸ ਕਰਤੇ, ਇੱਕ ਬੀਕਰ 'ਚ ਮਿਥਾਈਲ ਕਲੋਰਾਈਡ ਸੀ, ਦੂਜੇ ਬੀਕਰ 'ਚ ਇਥਾਈਲ ਕਲੋਰਾਈਡ। ਦੋਨੋਂ ਬੀਕਰ, ਇੱਕ ਤੀਜੇ ਬੀਕਰ ਦੇ ਵਿੱਚ ਦੋਨੋਂ ਬੀਕਰ, ਇੱਕ ਦੇ ਜਿਹੜਾ ਬੀਕਰ 'ਚ ਮਿਥਾਈਲ ਕਲੋਰਾਈਡ ਸੀ ਉਹ ਵੀ ਤੀਜੇ, ਸਪੋਜ਼ ਆਪਣੇ ਕੋਲ ਤੀਜਾ ਬੀਕਰ ਹੈ, ਉਹਦੇ ਵਿੱਚ ਆਪਾਂ ਮਿਥਾਈਲ ਕਲੋਰਾਈਡ ਵੀ ਪਾਤਾ, ਉਹਦੇ ਵਿੱਚ ਹੀ ਆਪਾਂ ਨੇ ਮਿਕਸ ਕਰਤਾ ਇਥਾਈਲ ਕਲੋਰਾਈਡ। ਤਾਂ ਹੁਣ ਉੱਥੇ ਇੱਕ ਤਰ੍ਹਾਂ ਦੀ ਵੁਡਜ਼ ਰਿਐਕਸ਼ਨ ਨਹੀਂ ਹੁੰਦੀ, ਉੱਥੇ 3 ਤਰ੍ਹਾਂ ਦੀ ਵੁਡਜ਼ ਰਿਐਕਸ਼ਨ ਹੁੰਦੀ ਹੈ। ਇੱਕ ਤਾਂ ਵੁਡਜ਼ ਰਿਐਕਸ਼ਨ ਕਿਵੇਂ ਹੁੰਦੀ ਆ, ਮਿਥਾਈਲ ਕਲੋਰਾਈਡ ਅਤੇ ਇਥਾਈਲ ਕਲੋਰਾਈਡ Na ਨਾਲ ਕਰਦੇ ਨੇ। ਇੱਕ ਮਿਥਾਈਲ ਕਲੋਰਾਈਡ ਦੇ ਮੋਲੀਕਿਊਲ, ਠੀਕ ਹੈ, ਐਵੇਂ ਆਪਣੇ ਆਪ 'ਚ ਵੀ ਰਿਐਕਟ ਕਰ ਜਾਂਦੇ ਨੇ। ਇਨ ਐਡੀਸ਼ਨ ਟੂ ਰਿਐਕਟ ਵਿਦ ਈਚ ਅਦਰ, ਇਥਾਈਲ ਕਲੋਰਾਈਡ ਅਤੇ ਮਿਥਾਈਲ ਕਲੋਰਾਈਡ, ਠੀਕ ਹੈ, ਇਥਾਈਲ ਕਲੋਰਾਈਡ ਅਤੇ ਮਿਥਾਈਲ ਕਲੋਰਾਈਡ ਇੱਕ ਦੂਸਰੇ ਨਾਲ ਤਾਂ ਰਿਐਕਟ ਕਰਦੇ ਹੀ ਨੇ, ਪਰ ਜਿਹੜੇ ਇਹਨਾਂ ਦੇ ਪਿਓਰ ਮੋਲੀਕਿਊਲਸ ਹੁੰਦੇ ਨੇ ਉਹ ਵੀ ਆਪਣੇ ਆਪ 'ਚ ਰਿਐਕਟ ਕਰ ਜਾਂਦੇ ਨੇ। ਜਿਵੇਂ ਮਿਥਾਈਲ ਕਲੋਰਾਈਡ ਇਥਾਈਲ ਕਲੋਰਾਈਡ ਨਾਲ ਤਾਂ ਕਰਦਾ ਹੀ ਆ, ਪਹਿਲੀ ਪੋਸੀਬਿਲਿਟੀ। ਮਿਥਾਈਲ ਕਲੋਰਾਈਡ ਅਤੇ ਮਿਥਾਈਲ ਕਲੋਰਾਈਡ ਦੇ ਮੋਲੀਕਿਊਲ ਵੀ ਵੁਡਜ਼ ਰਿਐਕਸ਼ਨ ਸ਼ੋਅ ਕਰਨੀ ਸ਼ੁਰੂ ਕਰ ਦਿੰਦੇ ਨੇ। ਠੀਕ ਹੈ, ਤਾਂ ਪ੍ਰੋਪੇਨ ਦੇ ਨਾਲ ਨਾਲ ਇਥੇਨ ਵੀ ਬਣਨੀ ਸ਼ੁਰੂ ਹੋ ਗਈ, ਜਦਕਿ ਰਾਜੇ ਇਥੇਨ ਤਾਂ ਬਣਾਉਣਾ ਸਾਡਾ ਹੈ ਹੀ ਨਹੀਂ ਸੀ, ਏਮ ਤਾਂ ਸਾਡਾ ਇਕੱਲੀ ਪ੍ਰੋਪੇਨ ਬਣਾਉਣਾ ਸੀ। ਇਹ ਹੁਣ ਕੀ ਕਰ ਰਹੀ ਹੈ ਇਥੇਨ? ਕਿਤੇ ਤਾਂ ਰਾਜੇ ਮਿਥਾਈਲ ਕਲੋਰਾਈਡ ਦੇ ਮੋਲੀਕਿਊਲ ਸਿਰਫ ਉਰੇ ਯੂਜ਼ ਹੁੰਦੇ, ਸਿਰਫ ਉਰੇ ਯੂਜ਼ ਹੁੰਦੇ ਇਕੱਲੀ ਪ੍ਰੋਪੇਨ ਬਣਾਉਣ 'ਚ। ਕਿਤੇ ਮਿਥਾਈਲ ਕਲੋਰਾਈਡ ਦੇ ਮੋਲੀਕਿਊਲ ਇਥੇਨ ਨੂੰ ਬਣਾਉਣ 'ਚ ਯੂਜ਼ ਵੀ ਹੋਣ ਲੱਗ ਗਏ। ਇਹ ਮਿਥਾਈਲ ਕਲੋਰਾਈਡ ਦਾ ਮੋਲੀਕਿਊਲ ਜਿਹੜਾ ਇਥੇਨ ਬਣਾ ਰਿਹਾ, ਇਹ ਸਾਡੇ ਲਈ ਵੇਸਟ ਹੈ। ਸਾਨੀ ਇਥੇਨ ਤਾਂ ਬਣਾਉਣੀ ਨਹੀਂ, ਬਲਕਿ ਸਾਡੀ ਮਿਥਾਈਲ ਕਲੋਰਾਈਡ ਦੀ ਕੁਆਂਟਿਟੀ ਵੇਸਟ ਹੋ ਰਹੀ ਹੈ। ਇਸੇ ਤਰ੍ਹਾਂ ਇਕੱਲੇ ਇਹ ਨਹੀਂ ਵੇਸਟ ਕਰਦੇ, ਜਿਹੜੇ ਇਥਾਈਲ ਕਲੋਰਾਈਡ ਦੇ ਮੋਲੀਕਿਊਲ ਨੇ ਉਹ ਵੀ ਰਾਜੇ, ਉਹ ਵੀ ਇੱਕ ਦੂਜੇ ਨਾਲ ਰਿਐਕਟ ਕਰਨਾ ਸ਼ੁਰੂ ਕਰ ਦਿੰਦੇ ਨੇ, ਅਤੇ ਇਥੇਨ ਦੇ ਨਾਲ ਨਾਲ ਇਹ ਵੀ ਸਾਨੂੰ ਚਾਹੀਦੀ ਨਹੀਂ ਹੈਗੀ। ਇਥੇਨ ਦੇ ਨਾਲ ਨਾਲ ਬਿਊਟੇਨ ਵੀ ਬਣਨੀ ਸ਼ੁਰੂ ਹੋ ਗਈ ਰਾਜੇ, ਇਹ ਵੀ ਸਾਨੂੰ ਚਾਹੀਦੀ ਤਾਂ ਹੈ ਨਹੀਂ ਰਾਜੇ, ਇਹ ਵੀ ਬਣਨੀ ਸ਼ੁਰੂ ਹੋ ਗਈ, ਬਿਊਟੇਨ ਵੀ ਬਣ ਗਈ। ਹੁਣ ਫਿਰ ਉਹੀ ਗੱਲ, ਕਿਤੇ ਤਾਂ ਇਹਨਾਂ ਦੀ ਅਮਾਊਂਟ, ਕਿਤੇ ਤਾਂ ਇਥਾਈਲ ਕਲੋਰਾਈਡ ਸਿਰਫ ਉਰੇ ਯੂਜ਼ ਹੁੰਦਾ ਪ੍ਰੋਪੇਨ ਬਣਾਉਣ 'ਚ, ਪਰ ਜੇ ਉਰੇ ਯੂਜ਼ ਹੋਣ ਲੱਗ ਗਿਆ ਬਿਊਟੇਨ ਬਣਾਉਣ 'ਚ, ਤਾਂ ਇਹ ਅਮਾਊਂਟ ਤਾਂ ਵੇਸਟ ਹੋ ਰਹੀ ਹੈ ਸਾਡੇ ਲਈ। ਅਸੀਂ ਤਾਂ ਇਹ ਚਾਹੁੰਦੇ ਸੀ ਕਿ ਮਿਥਾਈਲ ਕਲੋਰਾਈਡ
ਤੇ ਇਥਾਈਲ ਕਲੋਰਾਈਡ ਦੇ ਮੋਲੀਕੂਲ ਕੱਲਾ ਪ੍ਰੋਪੇਨ ਬਣਾਉਣ 'ਚ ਯੂਜ਼ ਹੁੰਦੇ। ਠੀਕ ਹੈ, ਇਹ ਇਥੇਨ ਵੀ ਬਣਾਉਣ ਲੱਗ ਗਏ, ਬਿਊਟੇਨ ਵੀ ਬਣਾਉਣ ਲੱਗ ਗਏ। ਇਥੇਨ ਬਿਊਟੇਨ ਬਣਾਉਣ ਲਈ ਇਹਨਾਂ ਦੀ ਕੁਆਂਟਿਟੀ ਯੂਜ਼ ਹੋ ਰਹੀ ਹੈ ਨਾ ਰਾਜੇ। ਠੀਕ ਹੈ, ਉਹ ਕੁਆਂਟਿਟੀ ਜਿਹੜੀ ਯੂਜ਼ ਹੋ ਰਹੀ ਉਹ ਵੇਸਟ ਹੋ ਰਹੀ ਹੈ ਸਾਡੇ ਲਈ। ਠੀਕ ਹੈ, ਦੂਜੀ ਮੁਸੀਬਤ ਇਹ ਹੈ ਰਾਜੇ ਡਿਫੀਕਲਟੀ ਕਿ ਬੰਨੀ ਤਾਂ ਇਕੱਲੀ ਪ੍ਰੋਪੇਨ ਚਾਹੀਦੀ ਸੀ, ਮਿਕਸਚਰ ਹੀ ਬਣਨਾ ਸ਼ੁਰੂ ਹੋ ਗਿਆ ਪ੍ਰੋਪੇਨ, ਇਥੇਨ, ਬਿਊਟੇਨ। ਹੁਣ ਦੂਜੀ ਪ੍ਰੋਬਲਮ ਇਹ ਆ ਵੀ ਇਹ ਮਿਕਸਚਰ ਦੇ ਵਿੱਚੋਂ, ਠੀਕ ਹੈ, ਇਹ ਮਿਕਸਚਰ ਦੇ ਵਿੱਚੋਂ ਸਾਨੂੰ ਪ੍ਰੋਪੇਨ ਨੂੰ ਵੀ ਅਲੱਗ ਕਰਨਾ ਪਊਗਾ। ਹੁਣ ਆਪਾਂ ਹੱਥ ਪਾ ਕੇ ਤਾਂ ਰਾਜੇ ਕੱਢ ਨਹੀਂ ਸਕਦੇ ਕਿਉਂਕਿ ਤਿੰਨੋਂ ਹੀ ਇਹ ਗੈਸਿਸ ਨੇ। ਠੀਕ ਹੈ, ਕਲਰਲੈਸ ਗੈਸਿਸ ਹੁੰਦੀਆਂ ਨੇ ਤਿੰਨੋਂ ਹੀ ਇਹ, ਤਾਂ ਇਹਨਾਂ ਵਿੱਚੋਂ ਪ੍ਰੋਪੇਨ ਨੂੰ ਬਾਹਰ ਕੱਢਣਾ ਵੀ ਬਹੁਤ ਮੁਸ਼ਕਿਲ ਹੈ। ਤਾਂ ਇਸ ਕਰਕੇ ਰਾਜੇ ਵੁਡਸ ਰਿਐਕਸ਼ਨ ਹੈ ਜਿਹੜੀ ਉਹ ਅਨਸਿਮੈਟ੍ਰੀਕਲ ਅਲਕੇਨਸ ਲਈ ਸੁਈਟੇਬਲ ਨਹੀਂ ਹੈ। ਬਿਕੋਜ਼ ਇੱਕ ਤਾਂ ਕੁਆਂਟਿਟੀ ਬਹੁਤ ਘੱਟ ਬਣਦੀ ਆ, ਬਿਕੋਜ਼ ਵੇਸਟ ਬਹੁਤ ਹੁੰਦੀ ਆ ਉਹ ਚੀਜ਼ ਲਈ ਜਿਹੜੀ ਸਾਨੂੰ ਚਾਹੀਦੀ ਨਹੀਂ ਉਹ ਬਣਾਈ ਜਾਂਦੀ ਹੈ ਇਥੇਨ ਤੇ ਬਿਊਟੇਨ। ਦੂਜਾ ਮਿਕਸਚਰ ਬਣਦਾ ਰਾਜੇ, ਮਿਕਸਚਰ ਦੇ ਵਿੱਚੋਂ ਫਿਰ ਪ੍ਰੋਪੇਨ ਨੂੰ ਕੱਢਣਾ ਫਿਰ ਮੁਸ਼ਕਿਲ ਹੈਗਾ। ਠੀਕ ਹੈ, ਇਸ ਕਰਕੇ ਰਾਜੇ ਵੁਡਸ ਰਿਐਕਸ਼ਨ ਨੂੰ ਅਸੀਂ ਅਨਸਿਮੈਟ੍ਰੀਕਲ ਅਲਕੇਨਸ ਬਣਾਉਣ ਲਈ ਯੂਜ਼ ਨਹੀਂ ਕਰਦੇ ਹੈਗੇ, ਇਹਨੂੰ ਸੁਈਟੇਬਲ ਨਹੀਂ ਮੰਨਿਆ ਜਾਂਦਾ ਰਾਜੇ। ਠੀਕ ਹੈ, ਸੋ ਆਪਾਂ ਕਹਾਂਗੇ ਇਟ ਗਿਵਸ mixture of alkanes which are difficult to separate, which are difficult to separate। ठीक है, ਆਪਾਂ ਦੋਨੋਂ ਚੀਜ਼ਾਂ ਤਾਂ ਇਹ ਰਾਜੇ ਵੁਡਸ ਰਿਐਕਸ਼ਨ ਹੈ। ਹੁਣ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ, ਕੁਛ ਰਿਐਕਸ਼ਨ ਆਪਾਂ ਹੁਣ 3 ਨੇਮਿੰਗ ਰਿਐਕਸ਼ਨਾਂ ਹੋਰ ਪੜ੍ਹਾਂਗੇ ਰਾਜੇ। ਇਹ ਤਿੰਨੋਂ ਨੇਮਿੰਗ ਰਿਐਕਸ਼ਨਾਂ ਵੁਡਸ ਰਿਐਕਸ਼ਨ ਦੇ ਨਾਲ ਹੀ ਰਿਲੇਟਡ ਨੇ। ਜਿਹੜੀ ਵੁਡਸ ਰਿਐਕਸ਼ਨ ਹੈ, ਵੁਡਸ ਰਿਐਕਸ਼ਨ ਆਪਾਂ ਕਿਵੇਂ ਲਿਖਦੇ ਹਾਂ, ਸਪੋਜ਼ ਮੈਂ ਦੁਬਾਰਾ ਤੁਹਾਨੂੰ ਲਿਖ ਕੇ ਦਿਖਾਉਣਾ, ਸਿੰਪਲ ਜਿਹੜੀ ਮਰਜ਼ੀ ਲਿਖ ਲਓ ਰਾਜੇ, ਵੁਡਸ ਰਿਐਕਸ਼ਨ। ਠੀਕ ਹੈ, ਵੁਡਸ ਰਿਐਕਸ਼ਨ ਰਾਜੇ ਆਪਾਂ ਕਿਵੇਂ ਲਿਖ